ਇਹ ਬਹੁਤ ਲੰਬੇ ਸਮੇਂ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਬ੍ਰਾਹਮਣ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦਾ ਸੀ। ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਉਸ ਕੋਲ ਰੱਬ ਦਾ ਦਿੱਤਾ ਸਭ ਕੁਝ ਸੀ। ਸੋਹਣੀ ਸੁਨੱਖੀ ਪਤਨੀ, ਚੁਸਤ ਬੱਚੇ, ਖੇਤ ਜ਼ਮੀਨ ਧਨ ਸੀ। ਉਸ ਦੀ ਜ਼ਮੀਨ ਵੀ ਬਹੁਤ ਉਪਜਾਊ ਸੀ, ਜਿਸ ਵਿੱਚ ਉਹ ਜੋ ਚਾਹੇ ਫਸਲ ਉਗਾ ਸਕਦਾ ਸੀ। ਪਰ ਇੱਕ ਸਮੱਸਿਆ ਇਹ ਸੀ ਕਿ ਉਹ ਆਪ ਵੀ ਬਹੁਤ ਆਲਸੀ ਸੀ, ਕਦੇ ਕੰਮ ਨਹੀਂ ਕਰਦਾ ਸੀ। ਉਸ ਦੀ ਪਤਨੀ ਉਸ ਨੂੰ ਆਪਣਾ ਕੰਮ ਆਪ ਕਰਨ ਖੇਤ ਜਾ ਕੇ ਦੇਖਣ ਲਈ ਮਨਾ ਕੇ ਥੱਕ ਗਈ ਸੀ, ਪਰ ਉਹ ਕਦੇ ਕੰਮ ਨਹੀਂ ਕਰਦਾ ਸੀ। ਉਹ ਕਹਿੰਦਾ, ਮੈਂ ਕਦੇ ਕੰਮ ਨਹੀਂ ਕਰਾਂਗਾ। ਉਸ ਦੀ ਪਤਨੀ ਉਸ ਦੀ ਆਲਸ ਤੋਂ ਬਹੁਤ ਪਰੇਸ਼ਾਨ ਸੀ, ਪਰ ਉਹ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੀ ਸੀ। ਇੱਕ ਦਿਨ ਇੱਕ ਸਾਧੂ ਬ੍ਰਾਹਮਣ ਦੇ ਘਰ ਆਇਆ ਅਤੇ ਬ੍ਰਾਹਮਣ ਨੇ ਉਸ ਨੂੰ ਬਹੁਤ ਸਤਿਕਾਰ ਦਿੱਤਾ। ਖੁਸ਼ੀ-ਖੁਸ਼ੀ ਉਸ ਦੀ ਇੱਜ਼ਤ ਸੇਵਾ ਕੀਤੀ। ਭਿਕਸ਼ੂ ਬ੍ਰਾਹਮਣ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਇਆ ਅਤੇ ਪ੍ਰਸੰਨ ਹੋ ਕੇ ਭਿਕਸ਼ੂ ਨੇ ਕਿਹਾ, ਮੈਂ ਤੁਹਾਡੀ ਇੱਜ਼ਤ ਤੋਂ ਬਹੁਤ ਖੁਸ਼ ਹਾਂ, ਤੁਸੀਂ ਕੋਈ ਵਰਦਾਨ ਮੰਗੋ। ਬ੍ਰਾਹਮਣ ਨੇ ਮਨ ਚਾਹੀ ਇੱਛਾ ਪੂਰੀ ਕਰਨ ਲਈ ਉਸਨੇ ਕਿਹਾ, ਬਾਬਾ ਮੈਨੂੰ ਅਜਿਹਾ ਵਰਦਾਨ ਦਿਓ ਕਿ ਮੈਨੂੰ ਕਦੇ ਕੋਈ ਕੰਮ ਆਪ ਨਾ ਕਰਨਾ ਪਵੇ। ਤੁਸੀਂ ਮੈਨੂੰ ਅਜਿਹਾ ਆਦਮੀ ਦਿਓ ਜੋ ਮੇਰਾ ਸਾਰਾ ਕੰਮ ਕਰ ਸਕੇ। ਬਾਬਾ ਬੋਲਿਆ, ਠੀਕ ਹੈ, ਅਜਿਹਾ ਹੀ ਹੋਵੇਗਾ, ਪਰ ਯਾਦ ਰੱਖੋ ਤੁਹਾਡੇ ਕੋਲ ਹਰ ਸਮੇਂ ਰੁੱਝੇ ਰਹਿਣ ਲਈ ਕਾਫੀ ਕੰਮ ਹੋਣਾ ਚਾਹੀਦਾ ਹੈ। ਇਹ ਕਹਿ ਕੇ ਬਾਬਾ ਉੱਥੋਂ ਚਲਾ ਗਿਆ। ਇੱਕ ਵੱਡਾ ਭੂਤ ਵਰਗਾ ਜੀਨ ਪ੍ਰਗਟ ਹੋਇਆ। ਉਹ ਕਹਿਣ ਲੱਗਾ, ਮਾਸਟਰ ਜੀ ਮੈਨੂੰ ਕੋਈ ਕੰਮ ਦਿਓ, ਮੈਨੂੰ ਕੰਮ ਚਾਹੀਦਾ ਹੈ। ਬ੍ਰਾਹਮਣ ਉਸ ਨੂੰ ਦੇਖ ਕੇ ਪਹਿਲਾਂ ਥੋੜਾ ਡਰ ਗਿਆ ਅਤੇ ਸੋਚਣ ਲੱਗਾ। ਫਿਰ ਜਿੰਨ ਨੇ ਕਿਹਾ, ਜਲਦੀ ਕੰਮ ਦਿਓ, ਨਹੀਂ ਤਾਂ ਮੈਂ ਤੈਨੂੰ ਖਾ ਲਵਾਂਗਾ। ਬ੍ਰਾਹਮਣ ਨੇ ਕਿਹਾ, ਜਾਓ ਅਤੇ ਖੇਤ ਵਿੱਚ ਪਾਣੀ ਪਾਓ। ਇਹ ਸੁਣ ਕੇ ਜਿੰਨ ਤੁਰੰਤ ਅਲੋਪ ਹੋ ਗਿਆ ਅਤੇ ਬ੍ਰਾਹਮਣ ਨੇ ਸੁੱਖ ਦਾ ਸਾਹ ਲਿਆ ਅਤੇ ਆਪਣੀ ਪਤਨੀ ਨੂੰ ਪਾਣੀ ਪੀਣ ਲਈ ਕਿਹਾ। ਪਰ ਜਿੰਨੀ ਨੇ ਕੁਝ ਦੇਰ ਵਿੱਚ ਵਾਪਸ ਆ ਕੇ ਕਿਹਾ, ਸਾਰਾ ਕੰਮ ਹੋ ਗਿਆ, ਹੁਣ ਹੋਰ ਕੰਮ ਦਿਓ। ਬ੍ਰਾਹਮਣ ਨੇ ਘਬਰਾ ਕੇ ਕਿਹਾ, ਤੁਸੀਂ ਹੁਣ ਆਰਾਮ ਕਰੋ, ਬਾਕੀ ਕੰਮ ਕੱਲ ਕਰ ਲਓ। ਜਿੰਨ ਨੇ ਕਿਹਾ, ਨਹੀਂ ਮੈਨੂੰ ਕੰਮ ਚਾਹੀਦਾ ਹੈ, ਨਹੀਂ ਤਾਂ ਮੈਂ ਤੈਨੂੰ ਖਾ ਜਾਵਾਂਗਾ। ਬ੍ਰਾਹਮਣ ਸੋਚਣ ਲੱਗਾ ਅਤੇ ਕਹਿਣ ਲੱਗਾ, ਫਿਰ ਜਾ ਕੇ ਖੇਤ ਵਾਹ, ਸਾਰੀ ਰਾਤ ਲੱਗ ਜਾਵੇਗੀ। ਜਿੰਨ ਗਾਇਬ ਹੋ ਗਿਆ। ਆਲਸੀ ਬ੍ਰਾਹਮਣ ਸੋਚਣ ਲੱਗਾ ਕਿ ਮੈਂ ਬਹੁਤ ਚਲਾਕ ਹਾਂ। ਹੁਣ ਉਹ ਖਾਣਾ ਖਾਣ ਬੈਠ ਗਿਆ। ਉਸਨੇ ਆਪਣੀ ਪਤਨੀ ਨੂੰ ਕਿਹਾ, ਹੁਣ ਮੈਨੂੰ ਕੋਈ ਕੰਮ ਨਹੀਂ ਕਰਨਾ ਪਵੇਗਾ, ਹੁਣ ਮੈਨੂੰ ਜੀਵਨ ਭਰ ਲਈ ਆਰਾਮ ਮਿਲ ਗਿਆ। ਬ੍ਰਾਹਮਣ ਦੀ ਪਤਨੀ ਸੋਚਣ ਲੱਗੀ ਕਿ ਉਸ ਦਾ ਪਤੀ ਕਿੰਨਾ ਗਲਤ ਸੋਚ ਰਿਹਾ ਹੈ। ਇੰਨੇ ਵਿੱਚ ਜਿੰਨ ਨੇ ਵਾਪਸ ਆ ਕੇ ਕਿਹਾ, ਕੰਮ ਦਿਓ, ਮੇਰਾ ਕੰਮ ਹੋ ਗਿਆ, ਜਲਦੀ ਕਰ, ਨਹੀਂ ਤਾਂ ਮੈਂ ਤੈਨੂੰ ਖਾ ਲਵਾਂਗਾ। ਬ੍ਰਾਹਮਣ ਸੋਚਣ ਲੱਗਾ ਕਿ ਹੁਣ ਉਸ ਕੋਲ ਕੋਈ ਕੰਮ ਨਹੀਂ ਬਚਿਆ, ਹੁਣ ਕੀ ਹੋਵੇਗਾ। ਇਸ ਦੌਰਾਨ ਬ੍ਰਾਹਮਣ ਦੀ ਪਤਨੀ ਨੇ ਕਿਹਾ, ਸੁਣੋ, ਕੀ ਮੈਂ ਉਸ ਨੂੰ ਕੋਈ ਕੰਮ ਦੇ ਸਕਦੀ ਹਾਂ। ਬ੍ਰਾਹਮਣ ਨੇ ਕਿਹਾ, ਤੂੰ ਦੇ ਸਕਦੀ ਹੈ, ਪਰ ਤੂੰ ਕੀ ਕੰਮ ਦੇਵੇਗੀ। ਬ੍ਰਾਹਮਣ ਦੀ ਪਤਨੀ ਨੇ ਕਿਹਾ, ਤੁਸੀਂ ਚਿੰਤਾ ਨਾ ਕਰੋ, ਮੈਂ ਇਹ ਦੇਖਾਂਗੀ। ਉਹ ਜਿੰਨ ਵੱਲ ਮੁੜ ਕੇ ਬੋਲੀ, ਤੁਸੀਂ ਬਾਹਰ ਜਾ ਕੇ ਸਾਡੇ ਕੁੱਤੇ ਮੋਤੀ ਦੀ ਪੂੰਛ ਸਿੱਧੀ ਕਰ ਦਿਓ, ਧਿਆਨ ਰੱਖੋ ਪੂੰਛ ਪੂਰੀ ਸਿੱਧੀ ਹੋਣੀ ਚਾਹੀਦੀ ਹੈ। ਜਿੰਨ ਚਲਾ ਗਿਆ। ਜਿਵੇਂ ਹੀ ਉਹ ਚਲਾ ਗਿਆ, ਬ੍ਰਾਹਮਣ ਦੀ ਪਤਨੀ ਨੇ ਕਿਹਾ, ਤੁਸੀਂ ਦੇਖਿਆ ਹੈ ਕਿ ਆਲਸ ਕਿੰਨਾ ਖਤਰਨਾਕ ਹੋ ਸਕਦਾ ਹੈ। ਪਹਿਲਾਂ ਤੁਹਾਨੂੰ ਕੰਮ ਕਰਨਾ ਪਸੰਦ ਨਹੀਂ ਸੀ ਅਤੇ ਹੁਣ ਤੁਸੀਂ ਸੋਚਣਾ ਹੈ ਕਿ ਆਪਣੀ ਜਾਨ ਬਚਾਉਣ ਲਈ ਉਸ ਨੂੰ ਕੀ ਦੇਣਾ ਹੈ। ਬ੍ਰਾਹਮਣ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਕਿਹਾ, ਤੂੰ ਠੀਕ ਹੈ, ਹੁਣ ਮੈਂ ਕਦੇ ਆਲਸੀ ਨਹੀਂ ਹੋਵਾਂਗਾ, ਪਰ ਹੁਣ ਮੈਨੂੰ ਡਰ ਹੈ ਕਿ ਅੱਗੇ ਇਸ ਨੂੰ ਕਿਹੜਾ ਕੰਮ ਦਿੱਤਾ ਜਾਵੇਗਾ। ਇਹ ਮੋਤੀ ਦੀ ਪੂੰਛ ਸਿੱਧੀ ਕਰਕੇ ਆਇਆ ਹੋਵੇਗਾ। ਮੈਨੂੰ ਡਰ ਹੈ ਹੁਣ ਇਹ ਸਾਡੀ ਜ਼ਿੰਦਗੀ ਵਿੱਚ ਆ ਗਿਆ ਹੈ, ਇਹ ਸਾਨੂੰ ਮਾਰ ਦੇਵੇਗਾ। ਬ੍ਰਾਹਮਣ ਦੀ ਪਤਨੀ ਹੱਸਣ ਲੱਗੀ ਅਤੇ ਕਿਹਾ, ਡਰ ਨਾ, ਚਿੰਤਾ ਨਾ ਕਰੋ, ਉਹ ਕਦੇ ਵੀ ਮੋਤੀ ਦੀ ਪੂੰਛ ਨੂੰ ਸਿੱਧਾ ਨਹੀਂ ਕਰ ਸਕੇਗਾ। ਉੱਥੇ ਜਿੰਨ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਮੋਤੀ ਦੀ ਪੂੰਛ ਸਿੱਧੀ ਨਹੀਂ ਕਰ ਸਕਿਆ। ਪੂੰਛ ਛੱਡ ਕੇ ਮੁੜ ਟੇਢੀ ਜਿਹੀ ਹੋ ਜਾਂਦੀ ਸੀ। ਉਹ ਸਾਰੀ ਰਾਤ ਅਜਿਹਾ ਕਰਦਾ ਰਿਹਾ। ਬ੍ਰਾਹਮਣ ਦੀ ਪਤਨੀ ਨੇ ਕਿਹਾ, ਹੁਣ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਕਦੇ ਵੀ ਆਲਸੀ ਨਹੀਂ ਹੋਵੋਗੇ ਅਤੇ ਆਪਣਾ ਕੰਮ ਖੁਦ ਕਰੋਗੇ। ਬ੍ਰਾਹਮਣ ਨੇ ਪਤਨੀ ਨਾਲ ਇਕਰਾਰ ਕੀਤਾ ਅਤੇ ਦੋਵੇਂ ਸ਼ਾਂਤੀ ਨਾਲ ਸੌ ਗਏ। ਅਗਲੀ ਸਵੇਰ ਜਦੋਂ ਬ੍ਰਾਹਮਣ ਖੇਤ ਜਾਣ ਲਈ ਘਰੋਂ ਨਿਕਲਿਆ ਤਾਂ ਦੇਖਿਆ ਕਿ ਜਿੰਨ ਮੋਤੀ ਦੀ ਪੂੰਛ ਸਿੱਧੀ ਕਰ ਰਿਹਾ ਸੀ।
ਉਸਨੇ ਜਿੰਨ ਨੂੰ ਛੇੜਦਿਆਂ ਪੁੱਛਿਆ, ਕੀ ਹੋਇਆ? ਅਜੇ ਕੰਮ ਨਹੀਂ ਹੋਇਆ? ਜਲਦੀ ਕਰੋ, ਮੇਰੇ ਕੋਲ ਤੁਹਾਡੇ ਲਈ ਹੋਰ ਕੰਮ ਹੈ। ਜਿੰਨ ਨੇ ਕਿਹਾ, ਮਾਸਟਰ ਜੀ, ਮੈਂ ਇਹ ਕੰਮ ਜਲਦੀ ਹੀ ਪੂਰਾ ਕਰ ਲਵਾਂਗਾ। ਉਹਦੀਆਂ ਗੱਲਾਂ ਸੁਣ ਕੇ ਬ੍ਰਾਹਮਣ ਹੱਸਦਾ ਹੋਇਆ ਖੇਤ ਵਿੱਚ ਕੰਮ ਕਰਨ ਲਈ ਚਲਾ ਗਿਆ ਅਤੇ ਉਸ ਤੋਂ ਬਾਅਦ ਉਸਨੇ ਆਲਸ ਨੂੰ ਸਦਾ ਲਈ ਤਿਆਗ ਦਿੱਤਾ। ਸਾਨੂੰ ਇਹ ਸਿੱਖਿਆ ਮਿਲਦੀ ਹੈ, ਆਲਸ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਆਪਣੀ ਮਦਦ ਆਪ ਕਰਕੇ ਹੀ ਸਫਲਤਾ ਪ੍ਰਾਪਤ ਕਰਨ ਦਾ ਇੱਕੋ ਇੱਕ ਰਸਤਾ ਹੈ ਅਤੇ ਆਲਸ ਜੀਵਨ ਵਿੱਚ ਵੱਡੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ।